ਸਤਨਾਮ ਵਾਹਿਗੁਰੂ ਜੀ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ। ਸਤਨਾਮ ਵਾਹਿਗੁਰੂ ਜੀ। ਅੰਬਰ ਕੂੰਜਾਂ ਕੁਰਲੀਆਂ ਬਾਗ ਬੈਠੇ ਆਏ ਜਿਉ, ਸਾਤਨ ਚੱਲੀ ਸਾਹੁਰੈ ਕਿਆ ਮੂੰਹ ਦੇਸੀ ਅੱਗੇ ਜਾਏ ਜਿਉ। ਸੁਤੀ ਸੁਤੀ ਚਾਲ ਥੀਆ ਭੁੱਲੀ ਵਾਟੜੀ ਆਸ ਜਿਉ। ਤੈ ਸ਼ੈ ਨਾਲੋਂ ਮੁੱਤੀ ਅਸ ਦੁੱਖਾਂ ਕੂ ਤਰੀਆਸ ਜਿਉ। ਤੁਧ ਗੁਣ ਮੈਂ ਸਭ ਅਵਗੁਣਾ ਇਕ ਨਾਨਕ ਕੀ ਅਰਦਾਸ ਜਿਉ। ਸਭ ਰਾਤੀ ਸੁਹਾਗਣੀ ਮੈਂ ਦੁਹਾਗਣ ਕਾਈ ਰਾਤ ਜਿਉ। ਸਭ ਰਾਤੀ ਦੋ ਸੁਹਾਗਣੀ ਮੈਂ ਦੁਹਾਗਣ ਕਾਈ ਰਾਤ ਜਿਉ। ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਅਤੇ ਮੁਕੱਦਸ ਬਾਣੀ ਦੇ ਵਿੱਚੋਂ ਆਪ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਰਾਗ ਸੂਹੀ ਦੇ ਅੰਦਰ ਦਰਜ ਅੰਗ 762 ਤੇ ਸੁਭਾਇਮਾਨ ਸ਼ਬਦ ਦੇ ਅਖੀਰਲੇ ਬੰਦ ਸ਼ਰਵਣ ਕੀਤੇ ਹਨ। ਇਸ ਸ਼ਬਦ ਦੇ ਮੁੱਢਲੇ ਬੰਦਾਂ ਦੀ ਵਿਚਾਰ ਕੱਲ ਦੇ ਦੀਵਾਨ ਅੰਦਰ ਸਾਂਝੀ ਕੀਤੀ ਗਈ ਸੀ, ਜਿਸ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਨੇ ਇੱਕ ਖਾਸ ਸਿਰਲੇਖ ਵਰਤਿਆ ਹੈ, ਕੁਚੱਜੀ। ਕੁਚੱਜੀ ਤੋਂ ਭਾਵ ਹੈ ਜਿਸ ਨੂੰ ਚੱਜ ਨਹੀਂ ਹੈ। ਗੁਰੂ ਸਾਹਿਬ ਜੀ ਨੇ ਇੱਥੇ ਇਹ ਸਿਰਲੇਖ ਉਸ ਮਨੁੱਖ ਵਾਸਤੇ ਵਰਤਿਆ ਹੈ ਜਿਸ ਨੂੰ ਜੀਵਨ ਦਾ ਸੋਹਣਾ ਚੱਜ ਨਹੀਂ ਹੈ।
ਬਾਣੀ ਦੇ ਵਿੱਚ ਜ਼ਿਕਰ ਹੈ ਕਿ ਜਿੱਥੇ ਇੱਕ ਮਾਲੀ ਦੇ ਹੱਥ ਪੈ ਜਾਣ ਉਹ ਜਗ੍ਹਾ ਨੂੰ ਬਾਗ ਬਗੀਚਾ ਆਖਿਆ ਜਾਂਦਾ ਹੈ, ਕਿਉਂਕਿ ਉਹ ਆਪਣੇ ਹੱਥਾਂ ਦੇ ਨਾਲ ਉੱਥੇ ਉੱਗੇ ਹੋਏ ਰੁੱਖਾਂ ਨੂੰ ਸੁਚੱਜਾਪਨ ਦੇ ਦਿੰਦਾ ਹੈ। ਤੇ ਜਿੱਥੇ ਮਾਲੀ ਦੇ ਹੱਥ ਨਹੀਂ ਲੱਗਦੇ ਉਸ ਨੂੰ ਭਿਆਨਕ ਜੰਗਲ ਆਖਿਆ ਜਾਂਦਾ ਹੈ। ਜੰਗਲ ਦੇ ਵਿੱਚ ਵੀ ਰੁੱਖ ਹਨ ਅਤੇ ਬਗੀਚੇ ਦੇ ਵਿੱਚ ਵੀ ਰੁੱਖ ਹਨ। ਫੁੱਲ ਬੂਟੇ ਦੋਨੋਂ ਹੀ ਜਗ੍ਹਾ ਤੇ ਹਨ, ਪਰ ਬਗੀਚਾ ਉਸ ਨੂੰ ਕਹਿੰਦੇ ਹਾਂ ਜਿੱਥੇ ਮਾਲੀ ਦੇ ਹੱਥ ਪੈ ਜਾਣ। ਉਹ ਉਹਨਾਂ ਰੁੱਖਾਂ ਨੂੰ ਸੁਚੱਜਾਪਨ ਦੇ ਦਿੰਦਾ ਹੈ। ਸੋ ਸਤਿਗੁਰੂ ਜੀ ਨੇ ਇਸ ਸੁਚੱਜੀ ਜੀਵਨ ਜਾਚ ਦਾ ਜ਼ਿਕਰ ਇਸ ਸ਼ਬਦ ਦੇ ਅੰਦਰ ਕੀਤਾ ਹੈ ਅਤੇ ਉਹਦੇ ਬਰਾਬਰ ਜਿਹੜਾ ਹੈ ਕੁਚੱਜਾਪਨ ਰੱਖਿਆ ਕਿ ਅਸਲ 'ਚ ਜੀਵਨ ਦੀ ਕੁਚੱਜੀ ਜਿਹੜੀ ਜੀਵਨ ਜਾਚ ਹੈ ਉਹ ਕੀ ਹੈ ਅਤੇ ਸੁਚੱਜੀ ਜੀਵਨ ਜਾਚ ਕੀ ਹੈ। ਸਤਿਗੁਰੂ ਜੀ ਨੇ ਉਹਦੀਆਂ ਕੁਝ ਗੱਲਾਂ ਸਾਡੇ ਨਾਲ ਕੱਲ੍ਹ ਸਾਂਝੀਆਂ ਕੀਤੀਆਂ ਸਨ। ਬਾਕੀ ਰਹਿੰਦੇ ਸ਼ਬਦ ਨੂੰ ਅੱਜ ਦੇ ਦੀਵਾਨ ਅੰਦਰ ਅਸੀਂ ਸਾਂਝਾ ਕਰਦੇ ਹਾਂ। ਇੱਕ ਵਾਰ ਆਪ ਸਤ ਸੰਗੀ ਜਨਾਂ ਨੇ ਬੜੇ ਪਿਆਰ ਨਾਲ ਕਹਿਣਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਸਾਹਿਬ ਮਹਾਰਾਜ ਅੱਜ ਆਰੰਭ ਕਰਦੇ ਹਨ, ਅੰਬਰ ਕੂੰਜਾਂ ਕੁਰਲੀਆਂ ਬਗ ਬੈਠੇ ਆਏ ਜਿਉ। ਜਿਸ ਮਨੁੱਖ ਦੀ ਜੀਵਨ ਜਾਚ ਸੁਚੱਜੀ ਨਹੀਂ, ਭਾਵ ਚੰਗੀ ਨਹੀਂ, ਕੁਚੱਜੀ ਹੈ, ਉਸ ਨੂੰ ਸਮਝਾਉਣ ਦੇ ਲਈ ਸਤਿਗੁਰੂ ਜੀ ਇੱਕ ਉਦਾਹਰਣ ਵਰਤਦੇ ਹਨ ਕੂੰਜ ਦੀ। ਕੂੰਜ ਇੱਕ ਪੰਛੀ ਹੈ ਜਿਸ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਦੇ ਵਿੱਚ ਕਈ ਜਗ੍ਹਾ ਤੇ ਆਇਆ। ਵੈਸੇ ਤਾਂ ਗੁਰਬਾਣੀ ਵਿੱਚ ਅਨੇਕ ਪੰਛੀਆਂ ਦਾ ਜ਼ਿਕਰ ਹੈ। ਮੋਰ ਦਾ ਜ਼ਿਕਰ ਹੈ, ਤੋਤੇ ਦਾ ਜ਼ਿਕਰ ਹੈ, ਬਗਲੇ ਦਾ ਜ਼ਿਕਰ ਹੈ, ਕਾਂ ਦਾ ਜ਼ਿਕਰ ਹੈ, ਚਿੜੀ ਦਾ ਜ਼ਿਕਰ ਹੈ, ਬਬੀਹੇ ਦਾ ਜ਼ਿਕਰ ਹੈ। ਇਹ ਕੁਦਰਤ ਵਿੱਚ ਜੋ ਅਨੇਕ ਪੰਛੀ ਹਨ, ਸਤਿਗੁਰੂ ਜੀ ਨੇ ਉਹਨਾਂ ਅਨੇਕ ਪੰਛੀਆਂ ਦਾ ਜ਼ਿਕਰ ਉਦਾਹਰਣ ਦੇ ਤੌਰ ਤੇ ਬਾਣੀ 'ਚ ਕੀਤਾ ਹੈ। ਕਈ ਪੰਛੀਆਂ ਦਾ ਜ਼ਿਕਰ ਗੁਰੂ ਸਾਹਿਬ ਜੀ ਨੇ ਸਕਾਰਾਤਮਕ ਰੂਪ 'ਚ, ਭਾਵ ਉਹਨਾਂ ਦੇ ਗੁਣਾਂ ਦੇ ਕਾਰਨ ਕੀਤਾ ਹੈ, ਅਤੇ ਕਈ ਪੰਛੀਆਂ ਦਾ ਜ਼ਿਕਰ ਗੁਰਬਾਣੀ ਦੇ ਵਿੱਚ ਉਹਨਾਂ ਦੇ ਅਵਗੁਣਾਂ ਕਰਕੇ ਕੀਤਾ ਹੈ। ਜਿਵੇਂ ਬਾਣੀ ਦੇ ਅੰਦਰ ਬਬੀਹੇ ਦਾ ਜ਼ਿਕਰ ਹੈ। ਬਬੀਹੇ ਦਾ ਜ਼ਿਕਰ ਉਹਦੇ ਗੁਣ ਕਰਕੇ ਆਇਆ ਹੈ। ਗੁਰਦੇਵ ਆਖਦੇ ਨੇ, ਜਿਵੇਂ ਇੱਕ ਬਬੀਹਾ ਕੂਕਦਾ ਹੈ, ਅਸੀਂ ਬਚਨ ਪੜ੍ਹਦੇ ਹਾਂ, ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਘੈ ਨੋ ਫਰਮਾਨ ਹੁਆ ਵਰਸੋ ਕਿਰਪਾ ਧਾਰ। ਕਿ ਜਿਵੇਂ ਇੱਕ ਬਬੀਹਾ ਕੂਕਦਾ ਹੈ ਤੇ ਮਨੌਤ ਇਹ ਹੈ ਕਿ ਉਹਦੇ ਕੂਕਣ ਤੇ, ਉਹਦੇ ਬੋਲਣ ਤੇ, ਉਹਦੀ ਪੁਕਾਰ ਸੁਣ ਕੇ ਬੱਦਲ ਵਰਸ ਪੈਂਦੇ ਨੇ ਤੇ ਉਹ ਸਵਾਤੀ ਬੂੰਦ ਨੂੰ ਪੀ ਲੈਂਦਾ ਹੈ। ਗੁਰਦੇਵ ਕਹਿੰਦੇ, ਇਵੇਂ ਬਬੀਹੇ ਵਾਂਗੂ ਤੂੰ ਵੀ ਜੇ ਅੰਦਰੋਂ ਕੂਕੇਂਗਾ, ਪੁਕਾਰ ਕਰੇਂਗਾ, ਖੌਰੇ ਉਹ ਵਾਹਿਗੁਰੂ ਪਰਮੇਸ਼ਰ ਤੇਰੀ ਵੀ ਅਰਜ਼ ਨੂੰ ਸੁਣ ਲਏ। ਇਹ ਬਬੀਹੇ ਦਾ ਸਕਾਰਾਤਮਕ ਰੂਪ, ਉਹਦਾ ਗੁਣ ਗੁਰਦੇਵ ਨੇ ਬਾਣੀ 'ਚ ਜ਼ਿਕਰ ਕੀਤਾ ਹੈ। ਇਵੇਂ ਹੀ ਮੋਰ ਦੇ ਗੁਣ ਦਾ ਜ਼ਿਕਰ ਹੈ, ਚਿੜੀ ਦੇ ਗੁਣ ਦਾ ਜ਼ਿਕਰ ਹੈ। ਪਾਤਸ਼ਾਹ ਜੀ ਜਿਵੇਂ ਪਹਿਲਾਂ ਸਾਡੇ ਘਰਾਂ ਦੇ ਅੰਦਰ ਸਵੇਰ ਵੇਲੇ ਹੀ ਚਿੜੀ ਦਾ ਚੂਕਣਾ ਸੁਣਿਆ ਜਾਂਦਾ ਸੀ। ਸਾਡੇ ਵਿਹੜੇ ਦੇ ਅੰਦਰ ਜੋ ਪਹਿਲੀ ਚੁਹਕ ਸੀ ਉਹ ਚਿੜੀ ਦੀ ਸੀ। ਬਾਣੀ ਵਿੱਚ ਉਹਦੇ ਇਸ ਗੁਣ ਦਾ ਜ਼ਿਕਰ ਹੈ, ਚਿੜੀ ਚੁਹਕੀ ਪਉ ਫੁੱਟੀ, ਚਿੜੀ ਚੁਹਕੀ ਪਉ ਫੁੱਟੀ, ਵਗਣ ਬਹੁਤ ਤਰੰਗ। ਉਹਦੇ ਗੁਣ ਦਾ ਜ਼ਿਕਰ ਹੈ। ਇਵੇਂ ਹੀ ਗੁਰਬਾਣੀ ਦੇ ਵਿੱਚ ਪਾਤਸ਼ਾਹ ਜੀ ਨੇ ਤੋਤੇ ਦਾ ਜ਼ਿਕਰ ਕੀਤਾ। ਇਸ ਨੂੰ ਸੋਹਟਾ ਆਖਿਆ। ਸੋਹਟਾ, ਸੋਹਟਾ, ਸੋਹਟਾ ਦਾ ਭਾਵ ਤੋਤਾ ਹੈ। ਉਹਦੇ ਵੀ ਗੁਣ ਦਾ ਜ਼ਿਕਰ ਹੈ ਬਾਣੀ ਦੇ ਅੰਦਰ। ਕੁਝ ਪੰਛੀ ਐਸੇ ਨੇ ਜਿਨ੍ਹਾਂ ਦੇ ਅਵਗੁਣਾਂ ਦਾ ਜ਼ਿਕਰ ਹੈ, ਜਿਵੇਂ ਸਾਡੀ ਪੰਜਾਬ ਦੀ ਧਰਤੀ ਦਾ ਪੰਛੀ ਕਾਂ।
ਕਾਂ ਦਾ ਜ਼ਿਕਰ ਵੀ ਸਤਿਗੁਰ ਨੇ ਪਵਿੱਤਰ ਬਾਣੀ ਦੇ ਵਿੱਚ ਪਰ ਉਹਦੇ ਅਵਗਣ ਕਰਕੇ ਕੀਤਾ ਹੈ। ਕਿਉਂ? ਪਾਤਸ਼ਾਹ ਕਹਿੰਦੇ ਉਸ ਨੂੰ ਜਿੰਨੇ ਮਰਜ਼ੀ ਸਵਾਦਲੇ ਭੋਜਨ ਤੁਸੀਂ ਪਾ ਦਿਓ, ਪਰ ਉਹਦੀ ਤ੍ਰਿਪਤੀ ਉਦੋਂ ਹੀ ਹੁੰਦੀ ਹੈ ਜਦੋਂ ਉਹ ਵਿਸ਼ਟਾ ਦੇ ਵਿੱਚ ਆਪਣੀ ਚੁੰਝ ਮਾਰ ਲੈਂਦਾ ਹੈ। ਹੁਣ ਇਹ ਉਹਦਾ ਗੁਣ ਹੈ, ਇਹ ਉਹਦਾ ਅਵਗਣ ਹੈ। ਸੋ ਬਾਣੀ ਦੇ ਵਿੱਚ ਪੰਛੀਆਂ ਦਾ ਜ਼ਿਕਰ ਹੈ ਦੋ ਰੂਪਾਂ ਦੇ ਵਿੱਚ, ਉਹਦੇ ਗੁਣ ਕਰਕੇ ਤੇ ਉਹਦੇ ਅਵਗਣ ਕਰਕੇ। ਦੋਵਾਂ ਤਰੀਕਿਆਂ ਦੇ ਨਾਲ ਸਤਿਗੁਰ ਨੇ ਬਾਣੀ ਵਿੱਚ ਸਾਨੂੰ ਸਮਝਾਇਆ ਹੈ। ਅੱਜ ਦੇ ਸ਼ਬਦ ਅੰਦਰ ਕੂੰਜ ਦਾ ਜ਼ਿਕਰ ਆਇਆ ਹੈ। ਕੂੰਜ ਪੰਜਾਬ ਦੀ ਧਰਤੀ ਦਾ ਪੰਛੀ ਨਹੀਂ ਹੈ, ਪਰ ਇੱਥੇ ਆਉਂਦਾ ਹੈ, ਸਾਈਬੇਰੀਆ ਤੋਂ ਆਉਂਦਾ ਹੈ। ਸਾਈਬੇਰੀਆ ਇੱਕ ਦੇਸ਼ ਹੈ। ਉੱਥੇ ਜਦੋਂ ਬਣੇ ਹੋਏ ਤਲਾਬਾਂ ਤੇ ਸਰੋਵਰਾਂ ਦੇ ਵਿੱਚ ਬਰਫ਼ ਜੰਮ ਜਾਂਦੀ ਹੈ ਅਤੇ ਉਹ ਉੱਥੇ ਬਰਫ਼ ਜੰਮਣ ਕਰਕੇ ਪੰਜਾਬ ਦੀ ਧਰਤੀ ਦੇ ਸਰੋਵਰ ਤੇ ਤਲਾਬਾਂ ਤੇ ਆ ਜਾਂਦਾ ਹੈ। ਅਸੀਂ ਸ਼ਾਮ ਨੂੰ ਜਦੋਂ ਪਾਠ ਕਰਦੇ ਹਾਂ ਤਾਂ ਸ਼ਾਮ ਦੇ ਪਾਠ ਵਿੱਚ ਜ਼ਿਕਰ ਆਉਂਦਾ ਹੈ, ਉਡੈ ਊਡ ਆਵੈ ਸੈ ਕੋਸਾਂ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ। ਸੈ ਕੋਸਾਂ ਦਾ ਭਾਵ ਹੈ ਸੈਂਕੜੇ ਹੀ ਕੋ, ਕਿਲੋਮੀਟਰ ਤੋਂ ਥੋੜਾ ਵੱਡਾ ਹੁੰਦਾ ਹੈ ਕੋ, ਜੋ ਪੰਜਾਬ ਦੀ ਧਰਤੀ ਦਾ ਪਹਿਲਾ ਮਾਪਣ, ਦੂਰੀ ਨੂੰ ਮਾਪਣ ਦਾ ਪੈਮਾਨਾ ਹੈ। ਸੋ ਅੱਜ ਦੇ ਸ਼ਬਦ ਅੰਦਰ ਗੁਰਦੇਵ ਨੇ ਕੂੰਜ ਦੀ ਉਦਾਹਰਣ ਵਰਤ ਕੇ ਅਤੇ ਕੁਚੱਜੇ ਜੀਵਨ ਦੀ ਗੱਲ ਕੀਤੀ ਹੈ, ਭਾਵ ਭੈੜੇ ਜੀਵਨ ਦੀ ਗੱਲ ਕੀਤੀ। ਗੁਰਦੇਵ ਕਹਿੰਦੇ ਅੰਬਰ ਕੂੰਜਾਂ ਕੁਰਲੀਆਂ, ਕੁਰਲੀਆਂ ਦਾ ਭਾਵ ਹੈ, ਆਪਾਂ ਆਮ ਕਰਕੇ ਪਹਿਲਾਂ ਸਾਡੇ ਬਜ਼ੁਰਗਾਂ ਕੋਲੋਂ ਇਹ ਸੁਣਿਆ ਕਰਦੇ ਸਨ ਕਿ ਜੇ ਕੋਈ ਬੰਦੇ ਆਪਸ ਵਿੱਚ ਬੈਠ ਕੇ ਮਿੰਨੀ ਮਿੰਨੀ ਆਵਾਜ਼ ਵਿੱਚ ਕੋਈ ਗੱਲਾਂ ਕਰ ਰਹੇ ਨੇ, ਸਮਝ ਨਹੀਂ ਲੱਗ ਰਹੀ, ਤੇ ਸਾਡੀ ਪੰਜਾਬੀ ਭਾਸ਼ਾ 'ਚ ਆਪਾਂ ਕਿਹਾ ਕਰਦੇ ਹਾਂ ਕਿ ਕੀ ਕੁਰਲ ਕੁਰਲ ਕਰ ਰਹੇ ਹੋ। ਇਹ ਕਿਹਾ ਜਾਂਦਾ ਸੀ, ਸਾਡੇ ਬਜ਼ੁਰਗ ਇਸ ਬੋਲ ਨੂੰ ਵਰਤਦੇ ਸਨ ਕਿ ਤੁਸੀਂ ਕੀ ਕੁਰਲ ਕੁਰਲ ਲਾਈ ਹੋਈ ਹੈ। ਅਸਲ 'ਚ ਕੁਰਲ, ਜਿਵੇਂ ਚਿੜੀ ਜਿਹੜੀ ਹੈ ਉਹ ਚਿਹ ਚਿਹ, ਉਹਦੀ ਆਵਾਜ਼ ਚਿਹ ਚਿਹ ਦੀ ਹੈ, ਇਵੇਂ ਹੀ ਜਿਹੜੀ ਕੂੰਜ ਹੈ ਉਹਦੀ ਜੋ ਆਵਾਜ਼ ਹੈ, ਉਹਦੀ ਜੋ ਧੁਨ ਹੈ ਉਹ ਕੁਰਲ ਕੁਰਲ ਦੀ ਹੈ। ਜਦੋਂ ਉਹ ਆਸਮਾਨ ਵਿੱਚ ਉੜਦੀਆਂ ਨੇ ਤੇ ਆਸਮਾਨ 'ਚ ਝੁੰਡ 'ਚ ਜਦੋਂ ਉੜਦੀਆਂ ਨੇ ਤੇ ਉਹ ਜੋ ਆਵਾਜ਼ ਕਰਦੀਆਂ ਨੇ, ਜੋ ਧੁਨੀ ਉਹਨਾਂ ਦੇ ਮੂੰਹ 'ਚੋਂ ਪੈਦਾ ਹੁੰਦੀ ਹੈ ਉਹ ਕੁਰਲ ਦੀ ਹੈ। ਸੋ ਇਹ ਉਹਨਾਂ ਦੀ ਧੁਨੀ ਹੈ ਤੇ ਉਹਦੇ ਤੋਂ ਹੀ ਇਹ ਪੰਜਾਬੀ ਦੇ ਵਿੱਚ ਇਹ ਲਫ਼ਜ਼ ਬਣਿਆ ਕਿ ਜੇ ਕੋਈ ਆਪਸ 'ਚ ਗੱਲਾਂ ਕਰ ਰਿਹਾ ਹੈ, ਕਿਸੇ ਦੂਜੇ ਦੀ ਗੱਲ ਨਹੀਂ ਸੁਣ ਰਿਹਾ, ਤੇ ਉੱਥੇ ਕਿਹਾ ਜਾਂਦਾ ਹੈ ਕਿ ਤੁਸੀਂ ਕੀ ਕੁਰਲ ਕੁਰਲ ਲਾਈ। ਇਹ ਸ਼ਬਦ ਕੂੰਜਾਂ ਤੋਂ ਆਇਆ, ਭਾਵ ਜਿਵੇਂ ਕੂੰਜਾਂ ਆਪਣੀ ਮਸਤੀ ਦੇ ਵਿੱਚ ਉੱਡ ਰਹੀਆਂ ਨੇ, ਉਹ ਕਿਸੇ ਦੂਜੇ ਦੇ ਧਿਆਨ 'ਚ ਨਹੀਂ ਹਨ। ਤਾਂ ਗੁਰਦੇਵ ਕਹਿੰਦੇ ਨੇ ਅੰਬਰ ਕੂੰਜਾਂ ਕੁਰਲੀਆਂ, ਅੰਬਰ ਦਾ ਭਾਵ ਹੈ ਆਕਾਸ਼, ਆਕਾਸ਼ ਵਿੱਚ ਕੂੰਜਾਂ ਉੱਡ ਰਹੀਆਂ ਨੇ ਤੇ ਕੁਰਲ ਕੁਰਲ ਕਰ ਰਹੀਆਂ ਨੇ, ਭਾਵ ਆਪਣੀ ਧੁਨ ਵਿੱਚ ਉਹ ਬੋਲ ਰਹੀਆਂ ਨੇ। ਬੱਗ ਬੈਠੇ ਆਏ ਜਿਉ, ਬੱਗ, ਬੱਗ ਕਹਿੰਦੇ ਨੇ ਬਗਲੇ ਨੂੰ। ਬਗਲੇ ਦੇ ਵੀ ਅਵਗੁਣ ਦਾ ਜ਼ਿਕਰ ਹੈ, ਬਗਲੇ ਦੇ ਗੁਣ ਦਾ ਜ਼ਿਕਰ ਨਹੀਂ ਹੈ ਬਾਣੀ 'ਚ। ਹੰਸ ਦੇ ਗੁਣ ਦਾ ਜ਼ਿਕਰ ਹੈ ਤੇ ਬਗਲੇ ਦੇ ਅਵਗੁਣ ਦਾ ਜ਼ਿਕਰ ਹੈ। ਬਗਲੇ ਦਾ ਅਵਗੁਣ ਕੀ? ਗੁਰਦੇਵ ਕਹਿੰਦੇ ਨੇ ਅੰਦਰੋਂ ਕੁਝ ਹੋਰ ਹੈ ਤੇ ਬਾਹਰੋਂ ਕੁਝ ਹੋਰ ਹੈ। ਬੱਗ ਬੈਠਾ ਮੱਛੀ ਨੂੰ ਤਾਰ ਲਾਏ, ਭਾਵ ਉਹ ਆਪਣਾ ਭੇਖ ਹੰਸ ਵਰਗਾ ਬਣਾ ਲੈਂਦਾ ਹੈ ਤੇ ਹੰਸ ਵਰਗਾ ਭੇਖ ਬਣਾ ਕੇ ਉਹ ਮੱਛੀ ਨੂੰ ਤਾਰ ਲਾਉਂਦਾ ਹੈ, ਫੜਦਾ ਹੈ। ਉਹਦੇ ਅਵਗੁਣ ਦਾ ਜ਼ਿਕਰ ਹੈ। ਸੋ ਸਤਿਗੁਰੂ ਜੀ ਨੇ ਇੱਥੇ ਜ਼ਿਕਰ ਕੀਤਾ, ਕਹਿੰਦੇ ਕੂੰਜਾਂ ਜਿਸ ਸਰੋਵਰ ਤੇ ਆਈਆਂ ਸਨ, ਜਦੋਂ ਉਹਨਾਂ ਨੇ ਇੱਥੇ ਵੇਖਿਆ ਕਿ ਮੌਸਮ ਬਦਲ ਗਿਆ, ਉਹ ਉੱਡ ਗਈਆਂ ਤੇ ਜਿੱਥੇ ਕੂੰਜਾਂ ਸਨ ਉੱਥੋਂ ਬਗਲੇ ਚਲੇ ਗਏ ਸਨ। ਹੁਣ ਉਹ ਜਗ੍ਹਾ ਆ ਕੇ ਬਗਲਿਆਂ ਨੇ ਮੱਲ ਲਈ ਹੈ। ਭਾਵ ਇਹ ਇੱਕ ਉਦਾਹਰਣ ਹੈ ਤੇ ਇਸ ਉਦਾਹਰਣ ਦੇ ਵਿੱਚ ਜ਼ਿਕਰ ਹੈ ਕਿ ਜਿੱਥੇ ਕੂੰਜਾਂ ਵਰਗਾ ਗੁਣੀ ਪੰਛੀ ਬੈਠਾ ਸੀ, ਅੱਜ ਉਸ ਜਗ੍ਹਾ ਤੇ ਅਵਗੁਣਾਂ ਨਾਲ ਭਰਪੂਰ ਜਿਹੜਾ ਬਗਲਾ ਹੈ ਉਹ ਆ ਕੇ ਬਹਿ ਗਿਆ ਹੈ। ਜ਼ਿਕਰ ਇਸ ਗੱਲ ਦਾ ਚੱਲ ਰਿਹਾ, ਭਾਵ ਕੂੰਜ ਨੂੰ ਪ੍ਰਤੀਕ ਵਰਤਿਆ ਗੁਣੀ ਪੰਛੀ ਵਜੋਂ। ਗੁਣੀ ਪੰਛੀ ਵਜੋਂ ਕਿਉਂ? ਮੈਂ ਹੁਣੇ ਇੱਕ ਉਦਾਹਰਨ ਸਾਂਝੀ ਕੀਤੀ ਸੀ ਕਿ ਉਹ ਸੈਂਕੜੇ ਕਿਲੋਮੀਟਰ ਤੁਰ ਕੇ ਆ ਜਾਂਦਾ ਹੈ, ਪਰ ਉਹ ਆਪਣੇ ਬੱਚਿਆਂ ਨੂੰ ਵਿਸਾਰਦਾ ਨਹੀਂ ਹੈ। ਉਡੈ ਊਡ ਆਵੈ ਸੈ ਕੋਸਾਂ ਤਿਸ ਪਾਛੈ ਬਚਰੇ ਛਰਿਆ, ਉਹਦੇ 'ਚ ਇੱਕ ਬੜਾ ਭਰੋਸਾ ਹੈ, ਉਹ ਗੁਣੀ ਪੰਛੀ ਹੈ। ਪਰ ਦੂਜੇ ਪਾਸੇ ਬਗਲਾ
ਜਿਹਦਾ ਜ਼ਿਕਰ ਬਾਣੀ ਦੇ ਵਿੱਚ ਅਵਗਣ ਰੂਪ ਵਾਲੇ ਪੰਛੀ ਚ ਆਇਆ। ਸੋ ਗੁਰਦੇਵ ਕਹਿੰਦੇ ਜਿਸ ਜਗ੍ਹਾ ਤੇ ਇੱਕ ਗੁਣੀ ਪੰਛੀ ਬੈਠਾ ਸੀਗਾ, ਅੱਜ ਉਸ ਜਗ੍ਹਾ ਤੇ ਆ ਕੇ ਕੀ ਬੈਠ ਗਿਆ ਹੈ? ਇੱਕ ਅਵਗਣ ਪੰਛੀ ਬਹਿ ਗਿਆ। ਭਾਵ ਬੰਦੇ ਦੇ ਜੀਵਨ ਚ ਪਹਿਲਾਂ ਜਿੱਥੇ ਗੁਣ ਸਨ, ਅੱਜ ਉਹ ਗੁਣਾਂ ਦੀ ਜਗ੍ਹਾ ਕਿਹਨਾਂ ਨੇ ਲੈ ਲਈ ਹੈ? ਅਵਗਣਾਂ ਨੇ ਲੈ ਲਈ। ਇਹਦਾ ਭਾਵ ਇਹ ਹੈ। ਸੋ ਗੁਰਦੇਵ ਜ਼ਿਕਰ ਕਰਦੇ ਅੰਬਰ ਕੂੰਜਾਂ ਕੁਰਲੀਆਂ ਬੱਗ ਬੈਠੇ ਆਏ ਜਿਉ। ਗੁਣ ਚਲੇ ਗਏ ਨੇ ਤੇ ਅਵਗਣ ਆ ਕੇ ਬਹਿ ਗਏ। ਬਾਣੀ ਵਿੱਚ ਇੱਕ ਥਾਂ ਤੇ ਜ਼ਿਕਰ ਆਉਂਦਾ ਹੈ ਗੁਣ ਤੇ ਅਵਗਣ ਬਾਰੇ। ਇੱਕ ਥਾਂ ਤੇ ਜ਼ਿਕਰ ਆਉਂਦਾ ਹੈ ਕਿ ਜਿੱਥੇ ਗੁਣ ਹੋਣਗੇ ਉਥੇ ਅਵਗਣ ਨਹੀਂ ਹੋਣਗੇ। ਇੱਕ ਥਾਂ ਤੇ ਇਹ ਜ਼ਿਕਰ ਆਉਂਦਾ ਹੈ ਬਾਣੀ ਕਿ ਇਹ ਦੋਵੇਂ ਚੀਜ਼ਾਂ ਇੱਕ ਥਾਂ ਤੇ ਟਿਕ ਨਹੀਂ ਸਕਦੀਆਂ ਹਨ। ਜੇ ਅਵਗਣ ਹਨ ਤੇ ਗੁਣ ਨਹੀਂ ਟਿਕੇਗਾ, ਜੇ ਗੁਣ ਹੈ ਤੇ ਅਵਗਣ ਨਹੀਂ ਟਿਕੇਗਾ। ਇੱਕ ਥਾਂ ਤੇ ਇਹ ਜ਼ਿਕਰ ਆਉਂਦਾ ਹੈ, ਗੁਰਦੇਵ ਕਹਿੰਦੇ ਨੇ ਗੁਣ ਅਵਗਣ ਸਮਾਨ ਹੈ। ਇਹ ਵੀ ਜ਼ਿਕਰ ਆਉਂਦਾ ਹੈ ਕਿ ਗੁਣ ਤੇ ਅਵਗਣ ਵਿੱਚ ਕੋਈ ਫਰਕ ਨਹੀਂ ਹੈ। ਅਸੀਂ ਇਹਨਾਂ ਦੋਵਾਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਗੁਣ ਨੂੰ ਗੁਰਦੇਵ ਨੇ ਬਾਣੀ ਵਿੱਚ ਅੰਮ੍ਰਿਤ ਵੀ ਆਖਿਆ ਕਿ ਅੰਮ੍ਰਿਤ ਹੈ। ਜਿੱਥੇ ਅੰਮ੍ਰਿਤ ਹੈ ਉੱਥੇ ਜ਼ਹਿਰ ਨਹੀਂ ਟਿਕੇਗਾ। ਭਾਵ ਜਿੱਥੇ ਗੁਣ ਹੈ ਉੱਥੇ ਅਵਗਣ ਦਾ ਕੋਈ ਟਿਕਾਣਾ ਨਹੀਂ ਹੈ। ਇਹ ਗੱਲ ਬੜੀ ਸੌਖੀ ਜੀ ਸਾਨੂੰ ਬਾਣੀ ਵਿੱਚੋਂ ਸਮਝ ਆ ਜਾਂਦੀ ਹੈ। ਪਰ ਜਿਹੜਾ ਅਗਲਾ ਜ਼ਿਕਰ ਆਉਂਦਾ ਹੈ ਬਾਣੀ ਦੇ ਵਿੱਚ ਕਿ ਗੁਣ ਅਵਗਣ ਸਮਾਨ ਹੈ, ਇਹਦਾ ਭਾਵ ਕੀ ਹੈ? ਇਹਦਾ ਭਾਵ ਕੀ ਹੈ? ਇਹਦਾ ਭਾਵ ਇਹ ਗੁਰਦੇਵ ਨੇ ਦਿੱਤਾ ਹੈ ਕਿ ਕਈ ਸੱਜਣਾਂ ਦੇ ਕੋਲ ਗੁਣ ਹੁੰਦਾ ਹੈ, ਪਰ ਉਸ ਗੁਣ ਦਾ ਉਹ ਸਮੇਂ ਸਿਰ ਵਰਤੋਂ ਨਾ ਕਰਕੇ ਉਸ ਨੂੰ ਛੁਪਾ ਲੈਂਦੇ ਨੇ, ਤਾਂ ਗੁਰਦੇਵ ਕਹਿੰਦੇ ਉਹਨਾਂ ਦਾ ਗੁਣ ਵੀ ਜਿਹੜਾ ਹੈ ਉਹ ਅਵਗਣ ਦੇ ਵਰਗਾ ਹੈ। ਜਿਵੇਂ ਸਤਿਗੁਰ ਜੀ ਭਾਈ ਸੱਜਣ ਦੇ ਕੋਲ ਜਾਂਦੇ ਨੇ, ਉਹਦੇ ਕੋਲ ਗੁਣ ਤੇ ਬੜਾ ਵਧੀਆ ਹੈ, ਬਹੁਤ ਵਧੀਆ ਗੁਣ ਹੈ ਉਹਦੇ ਕੋਲ। ਕਿਸ ਚੀਜ਼ ਦਾ? ਕਿ ਉਸਨੇ ਇੱਕ ਸਰਾਂ ਬਣਾਈ ਹੋਈ ਹੈ। ਇੱਕ ਸਰਾਂ ਬਣਾ ਕੇ ਆਏ ਗਏ ਲੋਕਾਂ ਨੂੰ ਉੱਥੇ ਜਗ੍ਹਾ ਦਿੰਦਾ ਹੈ, ਉਹਨਾਂ ਨੂੰ ਭੋਜਨ ਪ੍ਰਸ਼ਾਦਾ ਛਕਾਉਂਦਾ ਹੈ, ਉਹਨਾਂ ਨੂੰ ਰਾਤ ਠਹਿਰਨ ਲਈ ਜਗ੍ਹਾ ਦਿੰਦਾ। ਇਹ ਉਹਦਾ ਗੁਣ ਹੀ ਹੈ ਨਾ। ਪਰ ਇਹ ਗੁਣ ਜਿਹੜਾ ਹੈ ਅਵਗਣ ਚ ਕਦੋਂ ਬਦਲ ਜਾਂਦਾ ਹੈ? ਜਦੋਂ ਰਾਤ ਪਏ ਬੰਦਿਆਂ ਨੂੰ ਉਹ ਕਤਲ ਕਰ ਦਿੰਦਾ ਹੈ। ਤਾਂ ਇਸ ਨੂੰ ਸਤਿਗੁਰ ਨੇ ਆਖਿਆ ਗੁਣ ਅਵਗਣ ਸਮਾਨ ਹੈ। ਜਿੱਥੇ ਬੰਦਾ ਆਪਣੇ ਗੁਣ ਨੂੰ ਛੁਪਾ ਲੈਂਦਾ ਹੈ, ਗੁਰਦੇਵ ਨੇ ਉਸ ਨੂੰ ਉੱਥੇ ਇਹ ਗੱਲ ਕਹੀ ਹੈ ਕਿ ਇੱਥੇ ਗੁਣ ਤੇ ਅਵਗਣ ਇੱਕ ਬਰਾਬਰ ਹੋ ਜਾਂਦੇ ਨੇ, ਫਾਇਦਾ ਨਹੀਂ। ਜਿਵੇਂ ਆਮ ਕਰਕੇ ਅਸੀਂ ਇਹ ਗੱਲ ਸੁਣਦੇ ਹਾਂ ਕਿ ਜੀ ਮੈਂ ਫਲਾਣੇ ਬੰਦੇ ਬਾਰੇ ਚੰਗੀ ਤਰ੍ਹਾਂ ਜਾਣਦਾ ਸੀਗਾ, ਤੇ ਕਈ ਵਾਰ ਸੁਣਨ ਵਾਲਾ ਇਹ ਕਹਿੰਦਾ ਭਾਈ ਪਹਿਲਾਂ ਤੂੰ ਕਿਉਂ ਸਾਨੂੰ ਨਹੀਂ ਦੱਸਿਆ। ਖਾਸ ਕਰਕੇ ਜਦੋਂ ਅਸੀਂ ਬੱਚੇ ਤੇ ਬੱਚੀਆਂ ਦੇ ਰਿਸ਼ਤੇ ਕਰਦੇ ਹਾਂ, ਉਥੇ ਇਹ ਗੱਲ ਆਮ ਕਰਕੇ ਆਉਂਦੀ ਹੈ। ਸੋ ਗੁਰਦੇਵ ਨੇ ਇਹਨਾਂ ਦੋਵਾਂ ਗੱਲਾਂ ਦਾ ਜ਼ਿਕਰ ਬਾਣੀ ਦੇ ਵਿੱਚ ਕੀਤਾ ਹੈ। ਤੇ ਅੱਜ ਦੇ ਸ਼ਬਦ 'ਚ ਇਹ ਜ਼ਿਕਰ ਆਇਆ, ਕਹਿੰਦੇ ਜਿਵੇਂ ਮੌਸਮ ਬਦਲਣ ਦੇ ਨਾਲ ਕੂੰਜਾਂ ਉੱਡ ਜਾਂਦੀਆਂ ਨੇ ਤੇ ਉਹਨਾਂ ਦੀ ਜਗ੍ਹਾ ਤੇ ਆ ਕੇ ਬਗਲੇ ਬਹਿ ਜਾਂਦੇ ਨੇ, ਇਵੇਂ ਹੀ ਬੰਦੇ ਦੀ ਜ਼ਿੰਦਗੀ ਵਿੱਚੋਂ ਗੁਣ ਉੱਡ ਗਏ ਨੇ ਤੇ ਅਵਗਣ ਆ ਕੇ ਬੈਠ ਗਏ ਨੇ। ਸਾ ਤਨ ਚੱਲੀ ਸਾਹੂ ਰਹਿ ਕਿਆ ਮੂੰਹ ਦੇਸੀ ਅੱਗੇ ਜਾਏ ਜਿਉ। ਸਾ ਤਨ, ਕਈ ਸੱਜਣ ਇਸ ਦਾ ਪਾਠ ਸਾਧਨ ਕਰਦੇ ਨੇ, ਕਿਉਂਕਿ ਇਹ ਸ਼ਬਦ ਆਮ ਕਰਕੇ ਬਾਣੀ 'ਚ ਇਕੱਠਾ ਹੀ ਲਿਖਿਆ ਹੁੰਦਾ, ਇਹਦੇ ਵਿੱਚ ਪਦ ਛੇਦ ਨਹੀਂ ਹੁੰਦਾ। ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਵੀ ਵੇਖੋਗੇ ਸੱਸੇ ਨੂੰ ਕੰਨਾ ਧੱਦਾ ਤੇ ਨੰਨਾ ਇਕੱਠਾ ਹੀ ਲਿਖਿਆ ਹੁੰਦਾ, ਤੇ ਬਹੁਤੇ ਸੱਜਣ ਇਹਦਾ ਪਾਠ ਕਰਦੇ ਨੇ ਸਾਧਨ। ਸਾਧਨ ਸ਼ਬਦ ਜਿਹੜਾ ਹੈ ਉਹ ਹਿੰਦੀ ਦਾ, ਹਿੰਦੀ ਭਾਸ਼ਾ ਦਾ ਹੈ, ਤੇ ਸਾਧਨ ਦਾ ਮਤਲਬ ਹੁੰਦਾ ਹੈ ਕੋਈ ਔਜ਼ਾਰ ਲਾ ਲਓ, ਕੋਈ ਸੰਦ ਲਾ ਲਓ, ਜਾਂ ਕੋਈ ਹੋਰ ਚੀਜ਼ ਲਾ ਲਓ ਜਿਹਦੀ ਮਦਦ ਦੇ ਨਾਲ ਅਸੀਂ ਕੋਈ ਕੰਮ ਕਰਦੇ ਹਾਂ। ਮੰਨ ਲਓ ਅਸੀਂ ਘਰ ਤੋਂ ਕਿਸੇ ਦੂਜੀ ਜਗ੍ਹਾ ਜਾਣਾ ਹੈ, ਅਸੀਂ ਬੱਸ ਨੂੰ ਸਾਧਨ ਦੇ ਤੌਰ ਤੇ ਵਰਤਦੇ ਹਾਂ, ਕਾਰ ਨੂੰ ਸਾਧਨ ਦੇ ਤੌਰ ਤੇ ਵਰਤਦੇ ਹਾਂ, ਮੋਟਰਸਾਈਕਲ ਨੂੰ, ਇਹ ਸਾਧਨ ਹੈ। ਬਾਣੀ 'ਚ ਸਾਧਨ ਦਾ ਜ਼ਿਕਰ ਨਹੀਂ ਹੈ, ਇਸ ਸ਼ਬਦ ਦਾ ਜ਼ਿਕਰ ਬਾਣੀ 'ਚ ਨਹੀਂ ਹੈ, ਪਰ ਬਹੁਤੀ ਵਾਰ ਅਸੀਂ ਇਹ ਪਾਠ ਕਰ ਜਾਂਦੇ ਹਾਂ। ਸੋ ਅਸੀਂ ਪਦਛੇਦ ਕਰਕੇ ਪੜ੍ਹਨਾ ਹੈ। ਸਾ ਧਨ, ਸਾ ਦਾ ਮਤਲਬ ਹੁੰਦਾ ਉਹ, ਤੇ ਧਨ ਦਾ ਅਰਥ ਬਾਣੀ ਵਿੱਚ ਪੈਸਾ ਵੀ ਹੈ, ਧਨ ਦਾ ਅਰਥ ਸਲਾਹਣਯੋਗ ਵੀ ਹੈ, ਅਤੇ ਧਨ ਦਾ ਅਰਥ ਪਤਨੀ ਵੀ ਹੈ।
ਬਾਣੀ ਵਿੱਚ ਧਨ ਦੇ ਕਈ ਅਰਥ ਨੇ, ਕਨਸੈਪਟ ਦੇ ਮੁਤਾਬਕ ਅਸੀਂ ਸਮਝਾਂਗੇ ਕਿ ਇੱਥੇ ਇਹਦਾ ਅਰਥ ਕੀ ਬਣੇਗਾ। ਇੱਥੇ ਆ ਕੇ ਹੀ ਸਭ ਤੋਂ ਵੱਡੀ ਦਿੱਕਤ ਬਾਣੀ ਨੂੰ ਸਮਝਣ ਵਿੱਚ ਹੁੰਦੀ ਹੈ, ਕਿਉਂਕਿ ਬਾਣੀ ਦੇ ਬਹੁਤ ਸਾਰੇ ਸ਼ਬਦ ਉਚਾਰਨ ਪੱਖ 'ਚ ਇੱਕ ਨੇ, ਉਹਨਾਂ ਦਾ ਉਚਾਰਨ, ਉਹਨਾਂ ਦਾ ਬੋਲ ਇੱਕੋ ਜਿਹਾ ਨਿਕਲੇਗਾ, ਪਰ ਉਹਨਾਂ ਦੇ ਅਰਥ ਕਨਸੈਪਟ ਦੇ ਮੁਤਾਬਕ, ਵਿਸ਼ੇ ਦੇ ਮੁਤਾਬਕ ਬਦਲ ਜਾਣਗੇ। ਜਿਵੇਂ ਕਾਮ ਸ਼ਬਦ ਹੈ, ਹੁਣ ਕਾਮ ਦਾ ਅਰਥ ਇੱਕ ਵਿਕਾਰ ਵੀ ਹੈ ਤੇ ਕਾਮ ਦਾ ਅਰਥ ਕੰਮ ਵੀ ਹੈ। ਇਹ ਸ਼ਬਦ ਇੱਕੋ ਜਿਹਾ ਆਏਗਾ, ਬੋਲ ਤੁਹਾਡੇ ਮੂੰਹੋਂ ਇੱਕੋ ਜਿਹਾ ਨਿਕਲੇਗਾ, ਪਰ ਇਹਦੇ ਅਰਥ ਦੋ ਬਣਨਗੇ ਬਾਣੀ 'ਚ। ਉਹ ਅਸੀਂ ਦੇਖਣਾ ਹੈ ਕਿ ਸਤਿਗੁਰੂ ਜੀ ਇੱਥੇ ਕਿਸ ਚੀਜ਼ ਦਾ ਜ਼ਿਕਰ ਕਰਨਗੇ। ਬਾਬਾ ਕਬੀਰ ਸਾਹਿਬ ਦਾ ਇੱਕ ਸ਼ਲੋਕ ਆਪ ਜੀ ਪੜ੍ਹਦੇ ਹੋ, ਕਾਮ ਪਰੈ ਤਬ ਸਿਮਰੀਐ ਐਸਾ ਸਿਮਰੋ ਨਿਤ। ਤੇ ਅਸੀਂ ਸ਼ਾਮ ਨੂੰ ਪੜ੍ਹਦੇ ਹਾਂ, ਕਾਮ ਕ੍ਰੋਧ ਨਗਰ ਬਹੁ ਭਰਿਆ। ਹੁਣ ਉੱਥੇ ਕਾਮ ਦਾ, ਬਾਬਾ ਕਬੀਰ ਸਾਹਿਬ ਨੇ ਕਾਮ ਦਾ ਮਤਲਬ ਹੈ ਲੋੜ, ਕੰਮ ਪੈ ਗਿਆ ਤੈਨੂੰ, ਤੇ ਇੱਥੇ ਕਾਮ ਦਾ ਅਰਥ ਹੈ ਸੋਹਿਲਾ ਸਾਹਿਬ ਦੇ ਵਿੱਚ ਵਿਕਾਰ। ਤੁਸੀਂ ਇੱਕ ਸ਼ਬਦ ਸੁਣਦੇ ਹੋ ਕਰ, ਕਰ, ਕਰ ਦਾ ਅਰਥ ਬਾਣੀ ਦੇ ਵਿੱਚ ਦੋ ਹੈ। ਦੋ ਦਾ ਮਤਲਬ ਦੋ ਅਰਥ ਨੇ ਇਹਦੇ। ਇੱਕ ਕਰ ਦਾ ਮਤਲਬ ਹੈ ਕਿਸੇ ਕੰਮ ਨੂੰ ਕਰਨਾ, ਕਰ ਕਿਰਪਾ ਕਰਪਾਲ ਆਪੈ ਬਖਸ਼ ਲੈ। ਇੱਥੇ ਆ ਮੇਰੇ ਤੇ ਕਿਰਪਾ ਕਰ, ਤੇ ਅਸੀਂ ਜਦੋਂ ਅਰਦਾਸ ਕਰਦੇ ਹਾਂ ਤੇ ਇੱਕ ਬਚਨ ਪੜ੍ਹਦੇ ਹਾਂ, ਦੋਏ ਕਰ ਜੋਰ ਕਰੋ ਅਰਦਾਸ। ਇੱਥੇ ਵੀ ਕਰ ਹੈ, ਪਰ ਇਹਦਾ ਮਤਲਬ ਕਿਸੇ ਕੰਮ ਨੂੰ ਕਰਨਾ ਨਹੀਂ, ਇਹਦਾ ਮਤਲਬ ਹੈ ਹੱਥ, ਦੋਏ ਕਰ, ਦੋਵੇਂ ਹੱਥ ਜੋੜ ਕੇ। ਸੋ ਇਸ ਕਰਕੇ ਬਹੁਤੀ ਵਾਰੀ ਬਾਣੀ ਦੇ ਵਿੱਚ ਅਸੀਂ ਕੀ ਹੈ, ਜੋ ਵਿਸ਼ਾ ਚੱਲ ਰਿਹਾ ਹੁੰਦਾ ਉਹਦੇ ਤੋਂ ਉਲਟ ਹੋ ਜਾਂਦੇ। ਇਹ ਮੈਂ ਕੁਝ ਉਦਾਹਰਨਾਂ ਤੁਹਾਡੇ ਸਾਹਮਣੇ ਰੱਖੀਆਂ। ਖੈਰ, ਜ਼ਿਕਰ ਆਇਆ ਸਾ ਧਨ, ਅਸੀਂ ਜਿੱਥੇ ਵੀ ਇਹਦਾ ਪਾਠ ਕਰਾਂਗੇ ਅੱਖਾਂ ਮੀਟ ਕੇ ਇਹਨੂੰ ਅਲੱਗ-ਅਲੱਗ ਪੜਾਂਗੇ। ਸਾ ਧਨ ਨਾ ਕਿ ਸਾਧਨ, ਇਹ ਹੈ ਸਾ ਧਨ। ਸਾ ਧਨ ਦਾ ਮਤਲਬ ਹੈ ਉਹ ਜੀਵ ਇਸਤਰੀ। ਸਾ ਧਨ ਚੱਲੀ ਸਾਹੁਰੈ, ਕਹਿੰਦੇ ਜੀਵ ਇਸਤਰੀ, ਉਹ ਜੀਵ ਇਸਤਰੀ ਸਹੁਰੇ ਚੱਲੀ ਹੈ। ਕਿਹੜੀ? ਜਿਹਦੇ ਗੁਣਾਂ ਦੀ ਜਗ੍ਹਾ ਅਵਗਣ ਆ ਕੇ ਬੈਠ ਗਏ। ਹੁਣ ਇੱਥੇ ਸਹੁਰੇ ਦਾ ਭਾਵ ਹੈ, ਪੇਕੇ ਦਾ ਭਾਵ ਹੈ ਜਿਹੜਾ ਆਰੰਭਲਾ ਜੀਵਨ ਔਰਤ ਗੁਜ਼ਾਰਦੀ ਹੈ, ਤੇ ਸਹੁਰੇ ਦਾ ਭਾਵ ਹੈ ਜੋ ਇੱਕ ਜੀਵਨ ਦੇ ਪੜਾਅ ਤੋਂ ਬਾਅਦ ਆਪਣਾ ਜੀਵਨ ਗੁਜ਼ਾਰਦੀ ਹੈ। ਭਾਵ ਅਸੀਂ ਇਹਨੂੰ ਲਵਾਂਗੇ, ਇਹਨੂੰ ਇਸ ਤਰ੍ਹਾਂ ਸਮਝਾਂਗੇ, ਇਹਦਾ ਭਾਵ ਇਸ ਤਰ੍ਹਾਂ ਸਮਝਾਂਗੇ, ਜ਼ਿੰਦਗੀ ਦਾ ਆਰੰਭਲਾ ਪੜਾਅ, ਭਾਵ ਜਿਹਨੂੰ ਪੇਕਾ ਘਰ ਕਿਹਾ ਗਿਆ, ਤੇ ਇੱਕ ਪੜਾਅ ਤੋਂ ਬਾਅਦ ਅਗਲਾ ਪੜਾਅ ਜਿਸ ਨੂੰ ਗੁਰਦੇਵ ਨੇ ਸਹੁਰਾ ਘਰ ਆਖਿਆ ਹੈ। ਕਈ ਸੱਜਣ ਇਹਦੇ ਅਰਥ ਮੌਤ ਤੋਂ ਬਾਅਦ ਵੀ ਕਰਦੇ ਹਨ, ਕਿ ਪੇਕਾ ਘਰ ਜ਼ਿੰਦਗੀ ਨੂੰ ਕਹਿ ਦਿੰਦੇ ਨੇ ਤੇ ਸਹੁਰਾ ਘਰ ਮੌਤ ਤੋਂ ਬਾਅਦ ਵਾਲੇ ਜੀਵਨ ਨੂੰ ਕਹਿ ਦਿੰਦੇ ਹਨ। ਪਰ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ, ਬਾਣੀ ਨੇ ਵਰਤਮਾਨ ਜੀਵਨ ਦੀ, ਇਸੇ ਜ਼ਿੰਦਗੀ ਦੀ ਗੱਲ ਕੀਤੀ ਹੈ, ਇਸ ਜੀਵਨ ਦੀ ਗੱਲ ਕੀਤੀ ਹੈ। ਇਸ ਕਰਕੇ ਅਸੀਂ ਇਸ ਲਫ਼ਜ਼ ਦੇ ਭਾਵ ਲਵਾਂਗੇ, ਇਸੇ ਜ਼ਿੰਦਗੀ ਦੇ ਦੋ ਪੜਾਅ। ਇੱਕ ਉਹ ਪੜਾਅ ਜਿਹੜਾ ਆਰੰਭਲਾ ਹੈ, ਉਹ ਪੜਾਅ ਜਿਹਦੇ ਚ ਗੁਣ ਸਨ, ਤੇ ਸਹੁਰਾ ਦਾ ਭਾਵ ਹੈ ਉਹ ਪੜਾਅ ਜ਼ਿੰਦਗੀ ਦਾ ਜਿਹਦੇ ਵਿੱਚ ਕੀ ਆ ਗਏ, ਅਵਗੁਣ ਆ ਗਏ। ਸੋ ਗੁਰਦੇਵ ਕਹਿੰਦੇ ਸਾ ਧਨ ਚੱਲੀ ਸਾਹੁਰੈ, ਜਿਹੜੀ ਜੀਵ ਇਸਤਰੀ ਸੀ ਉਹ ਗੁਣਾਂ ਨੂੰ ਛੱਡ ਕੇ ਤੇ ਅਵਗੁਣਾਂ ਵਾਲੇ ਪਾਸੇ ਨੂੰ ਹੋ ਤੁਰੀ ਹੈ। ਭਾਵ ਸਹੁਰੇ ਘਰ ਚ, ਭਾਵ ਅਵਗੁਣਾਂ ਵਾਲੇ ਪੜਾਅ ਚ ਚਲੀ ਗਈ ਹੈ। ਕਿਆ ਮੂੰਹ ਦੇਸੀ ਅੱਗੇ ਜਾਏ ਜਿਓ, ਉਹ ਅੱਗੇ ਜਾ ਕੇ ਕੀ ਮੂੰਹ ਦਿਖਾਲੇਗੀ। ਭਾਵ ਜਿਸ ਬੰਦੇ ਨੇ ਗੁਣਾਂ ਨਾਲੋਂ ਨਾਤਾ ਤੋੜ ਲਿਆ, ਅਵਗੁਣਾਂ ਨਾਲ ਸੰਬੰਧ ਜੋੜ ਲਿਆ, ਉਹ ਅੱਗੇ ਜਾ ਕੇ ਕੀ ਮੂੰਹ ਦਿਖਾਉਣਗੇ। ਭਾਵ ਬੰਦੇ ਦੀ ਜ਼ਿੰਦਗੀ ਤੇ ਜਿੱਥੇ ਗੁਣ ਛੁੱਟ ਜਾਂਦੇ, ਅਵਗੁਣ ਆ ਜਾਂਦੇ ਨੇ, ਗੁਰਦੇਵ ਕਹਿੰਦੇ ਉਸ ਤੋਂ ਅਗਲਾ ਜਿਹੜਾ ਸਟੈਪ ਹੁੰਦਾ ਹੈ ਉਹ ਚੰਗਾ ਨਹੀਂ ਹੁੰਦਾ ਹੈ। ਉਹ ਲੋਕਾਂ ਨੂੰ ਕੀ ਮੂੰਹ ਦਿਖਾਏਗਾ, ਉਹ ਆਪਣੇ ਆਉਣ ਵਾਲੇ ਬੱਚਿਆਂ ਨੂੰ ਕੀ ਮੂੰਹ ਦਿਖਾਏਗਾ। ਪਾਤਸ਼ਾਹ ਕਹਿੰਦੇ ਨੇ ਉਹ ਅਵਗਣੀ ਭਰਪੂਰ ਜੀਵਨ ਹੁੰਦਾ ਹੈ। ਗੁਰਦੇਵ ਅੱਗੇ ਜ਼ਿਕਰ ਕਰਦੇ, ਸੁੱਤੀ ਸੁੱਤੀ ਚਾਲ ਥੀਆ। ਝਾਲ, ਝਾਲ ਕਹਿੰਦੇ ਨੇ ਜੋ ਸਵੇਰ ਵੇਲਾ ਹੁੰਦਾ, ਅਸਲ ਸ਼ਬਦ ਹੈ ਪੰਜਾਬੀ ਦਾ ਝਗਾਲੇ। ਝਾਲ ਕਹਿੰਦੇ ਨੇ ਸਵੇਰ, ਕਹਿੰਦੇ ਸਾਰੀ ਜ਼ਿੰਦਗੀ ਸੁੱਤਿਆਂ ਸੁੱਤਿਆਂ ਲੰਘ ਗਈ ਹੈ ਤੇ ਸਵੇਰ ਹੋ ਗਈ ਹੈ। ਬਾਣੀ ਦੇ ਵਿੱਚ ਨਾ ਸਾਡਾ ਜਿਹੜਾ ਇਹ ਕੰਪਲੀਟ ਜੀਵਨ ਹੈ, ਇਹਨੂੰ ਇੱਕ ਦਿਨ ਦਾ ਮੰਨਿਆ। ਜਦੋਂ ਤੁਸੀਂ ਸ੍ਰੀ ਰਾਗ ਮੰਨੋ ਪੜੋਗੇ ਨਾ, ਮਤਲਬ ਇਹਨੂੰ ਕਹਿੰਦੇ ਨੇ ਤੁਲਨਾ ਦੇਣੀ। ਇਹਨੂੰ ਕਿਆ ਕਹਿੰਦੇ ਨੇ? ਤੁਲਨਾ ਦੇਣੀ। ਜਿਵੇਂ ਅਸੀਂ ਕਹਿੰਦੇ ਆ
ਕਿ ਫਲਾਣਾ ਬੰਦਾ ਜਿਹੜਾ ਹੈ ਉਹ ਤੇ ਚੰਨ ਦੇ ਵਰਗਾ ਸੋਹਣਾ ਹੈ। ਉੱਥੇ ਤੁਲਨਾ ਦੇਣ ਤੋਂ ਭਾਵ ਹੁੰਦਾ, ਜਾਂ ਅਸੀਂ ਕਹਿੰਦੇ ਨੇ ਉਹਦਾ ਮੁਖੜਾ ਤੇ ਗੁਲਾਬ ਦੇ ਫੁੱਲ ਵਰਗਾ ਹੈ। ਗੁਲਾਬ ਦਾ ਫੁੱਲ ਕਿਸ ਤਰ੍ਹਾਂ ਦਾ, ਬੰਦੇ ਦਾ ਮੁਖੜਾ ਕਿਸ ਤਰ੍ਹਾਂ ਦਾ, ਉਹ ਤਾਂ ਭਾਵ ਇਹ ਹੁੰਦਾ ਇੱਕ ਗੁਣ ਦਾ ਜ਼ਿਕਰ ਕਰਨਾ, ਤੁਲਨਾ ਦੇਣੀ, ਇੱਕ ਗੁਣ ਨੂੰ ਇੱਕ ਗੁਣ ਨਾਲ ਤੋਲਣਾ। ਇਵੇਂ ਬਾਣੀ ਵਿੱਚ ਜਿਹੜਾ ਅਸੀਂ 60 ਸਾਲਾਂ ਦਾ ਜੀਵਨ ਜਾਂ 70 ਸਾਲਾਂ ਦਾ ਜੀਵਨ ਗੁਜ਼ਾਰਿਆ ਨਾ, ਉਹਨੂੰ ਗੁਰਦੇਵ ਨੇ ਇੱਕ ਦਿਨ ਨਾਲ ਤੁਲਨਾ ਦਿੱਤੀ ਹੈ। ਤੁਸੀਂ ਸ੍ਰੀ ਰਾਗ ਪੜ੍ਹੋ, ਸ੍ਰੀ ਰਾਗ ਵਿੱਚ ਇੱਕ ਬਾਣੀ ਆਉਂਦੀ ਹੈ, ਪਹਿਰੇ। ਪਹਿਲੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਦੂਜੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਤੀਜੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਚੌਥੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ। ਉਹਨੂੰ ਧਿਆਨ ਨਾਲ ਪੜ੍ਹੋਗੇ, ਇਹ ਗੱਲ ਬਿਲਕੁਲ ਸਪਸ਼ਟ ਹੋ ਜਾਏਗੀ ਕਿ ਸਾਡੀ ਜ਼ਿੰਦਗੀ ਨੂੰ ਗੁਰਦੇਵ ਨੇ ਇੱਕ ਦਿਨ ਦੇ ਨਾਲ ਤੁਲਨਾ ਦੇ ਕੇ ਆਖਿਆ ਕਿ ਇਹ ਤੇਰੀ ਜ਼ਿੰਦਗੀ ਸਮਝ ਲੈ ਇੱਕ ਦਿਨ ਦੀ ਹੈ, ਤੇ ਉਹਨੂੰ ਪੜਾਅ ਦਰ ਪੜਾਅ ਵੰਡਿਆ। ਇਹਦੀ ਵੰਡ ਬਾਣੀ 'ਚ ਕਈ ਤਰ੍ਹਾਂ ਦੀ ਹੈ। ਇੱਕ ਗੁਰੂ ਨਾਨਕ ਸਾਹਿਬ ਦਾ ਜ਼ਿਕਰ ਆਉਂਦਾ ਹੈ, ਉਹਨਾਂ ਨੇ ਜ਼ਿੰਦਗੀ ਨੂੰ 10 ਪੜਾਵਾਂ 'ਚ ਵੰਡਿਆ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੈ ਜਾਤ, ਸਤਵੇਂ ਸੰਚ ਕੀਆ ਘਰ ਵਾਸ, ਅੱਠਵੇਂ ਧੌਲੇ ਉਬੇ ਸਾਹ, ਦਸਵੇਂ ਦੱਦਾ ਹੋਆ ਸਵਾ। ਉਹਨਾਂ ਨੇ 10 ਹਿੱਸਿਆਂ 'ਚ ਵੰਡੇ। ਇਹ ਗੁਰੂ ਸਾਹਿਬ ਦਾ ਸਾਨੂੰ ਸਮਝਾਉਣ ਦਾ ਇੱਕ ਤਰੀਕਾ ਹੈ। ਮੈਂ ਇਸ ਗੱਲ ਦਾ ਜ਼ਿਕਰ ਇਸ ਕਰਕੇ ਕਰ ਰਿਹਾ ਕਿਉਂਕਿ ਬਾਣੀ 'ਚ ਜਦੋਂ ਵੀ ਜੀਵਨ ਦਾ ਜ਼ਿਕਰ ਆਏਗਾ, ਉੱਥੇ ਗੁਰਦੇਵ ਵਾਰ-ਵਾਰ ਇਹੀ ਕਹਿਣਗੇ ਕਿ ਤੇਰੀ ਜ਼ਿੰਦਗੀ ਤਾਂ ਇੱਕ ਰਾਤ ਦੀ ਨਿਆਈ ਹੈ। ਜਿਵੇਂ ਰਾਤ ਬੀਤ ਜਾਂਦੀ ਹੈ ਤੇ ਸਵੇਰ ਚੜ੍ਹ ਜਾਂਦੀ ਹੈ, ਤੇਰੀ ਜ਼ਿੰਦਗੀ ਇੰਨੀ ਕੁ ਹੈ। ਸੋ ਉਹਦਾ ਜ਼ਿਕਰ ਇੱਥੇ ਆਇਆ। ਕਹਿੰਦੇ ਸੁੱਤੀ ਸੁੱਤੀ ਚਾਲ ਥੀਆ, ਤੂੰ ਸਾਰੀ ਜ਼ਿੰਦਗੀ ਅਵਗੁਣਾਂ ਦੇ ਵਿੱਚ ਸੁੱਤਾ ਹੀ ਰਿਹੋ, ਗੁਨਾਹ ਕਰਕੇ ਜਾਗਿਆ ਨਹੀਂ, ਤੇ ਜ਼ਿੰਦਗੀ ਦੀ ਅੰਤਲੀ ਜਿਹੜੀ ਸਵੇਰ ਹੈ ਉਹ ਆ ਗਈ ਹੈ। ਭੁੱਲੀ ਵਾਟੜੀ ਆਸ ਜੀਓ, ਵਾਟੜੀ ਆਸ ਕਹਿੰਦੇ ਰਸਤਾ, ਤੋ ਜ਼ਿੰਦਗੀ ਦਾ ਸਹੀ ਰਸਤਾ ਤੂੰ ਭੁੱਲ ਗਿਆ, ਤੈਨੂੰ ਜ਼ਿੰਦਗੀ ਦਾ ਸਹੀ ਰਸਤਾ ਪਤਾ ਨਹੀਂ ਹੈ। ਤੈ ਸ਼ੈ ਨਾਲੋਂ ਮੁੱਤੀਅਸ, ਤੂੰ ਉਸ ਵਾਹਿਗੁਰੂ ਨਾਲੋਂ ਭਾਵ ਗੁਣਾ ਨਾਲੋਂ ਮੁੱਤੀਅਸ, ਮੁੱਤੀਅਸ ਦਾ ਮਤਲਬ ਹੈ ਟੁੱਟ ਗਈ ਹੈ, ਤੇਰਾ ਵਿਛੋੜਾ ਪੈ ਗਿਆ। ਦੁੱਖਾਂ ਕੂ ਤਰੀਆਸ ਜੀਓ, ਤੇ ਜਦੋਂ ਗੁਣਾ ਨਾਲੋਂ ਵਿਛੋੜਾ ਪੈ ਜਾਏ, ਗੁਰਦੇਵ ਬਾਣੀ 'ਚ ਕਹਿੰਦੇ ਨੇ ਕਿ ਉਦੋਂ ਬੰਦੇ ਦੀ ਜ਼ਿੰਦਗੀ ਵਿੱਚ ਦੁੱਖ ਆ ਜਾਂਦੇ ਨੇ। ਇੱਥੇ ਮੈਂ ਇਸ ਗੱਲ ਦਾ ਜ਼ਿਕਰ ਜ਼ਰੂਰ ਕਰਾਂਗਾ, ਸਤਿਗੁਰ ਨੇ ਗੁਣਾ ਤੋਂ ਬਾਅਦ ਵੀ ਜ਼ਿੰਦਗੀ 'ਚ ਦੁੱਖਾਂ ਦਾ ਜ਼ਿਕਰ ਕੀਤਾ ਹੈ, ਤੇ ਸਤਿਗੁਰ ਨੇ ਅਵਗੁਣਾ ਤੋਂ ਬਾਅਦ ਵੀ ਜ਼ਿੰਦਗੀ 'ਚ ਦੁੱਖਾਂ ਦਾ ਜ਼ਿਕਰ ਕੀਤਾ ਹੈ। ਇਹ ਮਤਾ ਸੋਚਣਾ ਕਿ ਗੁਰੂ ਕਹਿਣ ਕਿ ਜਿਸ ਬੰਦੇ ਕੋਲ ਗੁਣ ਆ ਗਏ ਉਹਦੀ ਜ਼ਿੰਦਗੀ 'ਚ ਦੁੱਖ ਨਹੀਂ ਆਏਗਾ, ਇਹ ਨਹੀਂ ਕਿਹਾ ਗੁਰਬਾਣੀ। ਬਾਣੀ ਨੇ ਦੁੱਖ ਨੂੰ ਜਿੱਥੇ ਪਰਿਭਾਸ਼ਿਤ ਕੀਤਾ ਉੱਥੇ ਇਹ ਗੱਲ ਕਹੀ ਹੈ, ਦੁੱਖ ਸੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਮਨੁੱਖ। ਇਹ ਦੁੱਖ ਤੇ ਸੁੱਖ ਕੱਪੜੇ ਨੇ ਤੇ ਪਾਉਣੇ ਹੀ ਪੈਣੇ ਨੇ। ਤੇਰੇ ਕੋਲ ਗੁਣ ਨੇ ਤਾਂ ਵੀ ਤੇਰੀ ਜ਼ਿੰਦਗੀ 'ਚ ਦੁੱਖ ਤੇ ਸੁੱਖ ਹੋਣਗੇ, ਜੇ ਤੇਰੇ ਕੋਲ ਅਵਗੁਣ ਨੇ ਤਾਂ ਵੀ ਜ਼ਿੰਦਗੀ 'ਚ ਦੁੱਖ ਤੇ ਸੁੱਖ ਆਉਣਗੇ। ਇੱਕ ਫਰਕ ਜ਼ਰੂਰ ਕੀਤਾ ਗੁਰੂ ਪਾਤਸ਼ਾਹ ਨੇ, ਉਹ ਫਰਕ ਬੜਾ ਵੱਡਾ ਹੈ। ਕਹਿੰਦੇ ਜਿੱਥੇ ਬੰਦੇ ਕੋਲ ਗੁਣ ਨੇ ਉਹ ਦੁੱਖਾਂ ਨੂੰ ਬਰਦਾਸ਼ਤ ਕਰ ਜਾਂਦਾ ਹੈ, ਸਹਿਨ ਕਰ ਜਾਂਦਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਨ ਹੈ। ਜਾਂ ਗੁਰਦੇਵ ਇਉਂ ਵੀ ਕਹਿੰਦੇ ਨੇ, ਦੁੱਖ ਦਾਰੂ ਸੁਖ ਰੋਗ ਪਿਆ। ਜਿਹੜਾ ਗੁਣੀ ਬੰਦਾ ਹੈ ਉਹ ਦੁੱਖਾਂ ਨੂੰ ਦਵਾ ਬਣਾ ਲੈਂਦਾ ਹੈ, ਉਹਦੇ ਲਈ ਦੁੱਖ ਉਹਦੀ ਦਵਾ ਬਣ ਜਾਂਦੇ ਨੇ, ਦਾਰੂ ਬਣ ਜਾਂਦੇ ਨੇ। ਜਦੋਂ ਮੈਂ ਇਤਿਹਾਸ ਨੂੰ ਪੜ੍ਹਦਾ ਹਾਂ, 18ਵੀਂ ਸਦੀ ਦਾ ਇਤਿਹਾਸ ਪੜ੍ਹਦਾ ਹਾਂ, ਤਾਂ ਸਾਡੇ ਬਜ਼ੁਰਗਾਂ ਦੇ ਦੁੱਖਾਂ ਦੀ ਜੋ ਲਿਸਟ ਹੈ ਤੁਸੀਂ ਉਹਨੂੰ ਪੜ੍ਹ ਕੇ ਵੇਖੋ ਕਿੰਨੀ ਔਖੀ ਹੈ। 18ਵੀਂ ਸਦੀ ਦੇ ਇਤਿਹਾਸ ਤੇ ਝਾਤ ਮਾਰ ਕੇ ਦੇਖੋ। ਇਸ ਤਰ੍ਹਾਂ ਦਾ ਜ਼ਿਕਰ ਤੱਕ ਵੀ ਸਾਡੇ ਬਜ਼ੁਰਗਾਂ ਦੀ ਜ਼ਿੰਦਗੀ 'ਚ ਆਉਂਦਾ ਹੈ ਕਿ ਉਹ ਕਿਸੇ ਵੈਦ ਦੇ ਕੋਲ ਦਵਾਈ ਲੈਣ ਜਾਂਦੇ ਨੇ। ਘਰ 'ਚ ਕੋਈ ਮਰੀਜ਼ ਪਿਆ ਹੈ, ਘਰ 'ਚ ਕੋਈ ਬਿਮਾਰ ਹੈ, ਕੋਈ ਬੱਚਾ ਹੈ, ਕੋਈ ਬਜ਼ੁਰਗ ਹੈ, ਕੋਈ ਔਰਤ ਹੈ, ਉਹ ਵੈਦ ਉਹਨੂੰ ਦਵਾਈ ਨਹੀਂ ਦਿੰਦਾ, ਉਹਨੂੰ ਦਵਾਈ ਨਹੀਂ ਦਿੰਦਾ। ਹਾਲਾਂਕਿ ਉਹ ਉਹਦੇ ਪਿੰਡ ਦਾ ਹੀ ਹੈ, ਉਹਦਾ ਜਾਣਕਾਰ ਹੈ, ਪਰ ਦਵਾਈ ਕਿਸ ਗੱਲੋਂ ਨਹੀਂ ਦਿੰਦਾ?
ਪਹਿਲਾ ਕਹਿੰਦਾ ਕਿ ਤੂੰ ਸਿੱਖ ਹੈ, ਦੂਜਾ ਕਹਿੰਦਾ ਕਿ ਜੇ ਤੈਨੂੰ ਦਵਾਈ ਦੇ ਦਿੱਤੀ, ਕਿਸੇ ਨੇ ਮੁਖਬਰੀ ਕਰ ਦਿੱਤੀ, ਤਾਂ ਮੇਰਾ ਸਾਰਾ ਪਰਿਵਾਰ ਬੱਚਾ ਪੀੜਿਆ ਜਾਵੇ। ਤੁਸੀਂ ਦੇਖ ਲਓ, ਇਸ ਤੋਂ ਵੱਧ ਕੇ ਕੋਈ ਦੁੱਖ ਹੋਏਗਾ ਬੰਦੇ ਦੀ ਜ਼ਿੰਦਗੀ 'ਚ? ਇਸ ਤੋਂ ਵੱਧ ਕੇ ਕੋਈ ਦੁੱਖ ਨਹੀਂ। ਘਰ 'ਚ ਸੌਦਾ ਨਹੀਂ ਹੈ, ਉਹ ਸੌਦਾ ਲੈਣ ਜਾਂਦੇ ਨੇ, ਦੁਕਾਨਦਾਰ ਸੌਦਾ ਨਹੀਂ ਦਿੰਦਾ। ਇਹੀ ਕਹਿੰਦਾ ਤੂੰ ਸਿੱਖ ਹੈ। ਤੇ ਦੂਜਾ, ਜੇ ਕਿਸੇ ਨੇ ਮੁਖਬਰੀ ਕਰ ਦਿੱਤੀ ਤਾਂ ਮੇਰਾ ਸਾਰਾ ਪਰਿਵਾਰ ਬੱਚਾ ਘਾਣ ਪੀੜਿਆ ਜਾਏ। ਇਸੇ ਕਰਕੇ 18ਵੀਂ ਸਦੀ 'ਚ ਦਾ ਇਤਿਹਾਸ ਜਦੋਂ ਸਿੱਖਾਂ ਦਾ ਪੜ੍ਹੋਗੇ, ਜਿਹੜੇ ਗੈਰ ਸਿੱਖ ਲੇਖਕ ਨੇ ਉਹ 18ਵੀਂ ਸਦੀ ਦੇ ਸਿੱਖਾਂ ਨੂੰ ਡਾਕੂ ਲੁਟੇਰੇ ਲਿਖਦੇ ਨੇ। ਤੁਸੀਂ ਧਿਆਨ ਨਾਲ ਪੜ੍ਹਿਓ। ਉਹ ਜਦੋਂ ਲਿਖਣਗੇ ਇਤਿਹਾਸ ਸਿੱਖਾਂ ਦਾ, ਤੇ ਉਹ ਲਿਖਣਗੇ ਕਿ ਸਿੱਖ ਬੜੇ ਡਾਕੂ ਸੀ, ਲੁਟੇਰੇ ਸੀ। ਤੁਸੀਂ ਦੱਸੋ, ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਆਏਗੀ ਕਿ ਇੱਕ ਸਿੱਖ ਹੱਥ 'ਚ ਪੈਸੇ ਲੈ ਕੇ ਗਿਆ ਕਿ ਮੈਨੂੰ ਦਵਾਈ ਦੇ ਦੇ, ਮੈਨੂੰ ਸੌਦਾ ਦੇ ਦੇ, ਪਰ ਉਹ ਸੌਦਾ ਦੇਣ ਲਈ ਤਿਆਰ ਨਹੀਂ ਕਿਉਂਕਿ ਤੂੰ ਸਿੱਖ ਹੈ, ਫਿਰ ਉੱਥੇ ਕੀ ਕਰੇਗਾ ਬੰਦਾ? ਜੀਵਨ ਦੇ ਲਈ ਫਿਰ ਡਾਕਾ ਹੀ ਮਾਰੇਗਾ ਨਾ, ਫਿਰ ਉਹ ਕਿਸੇ ਨੂੰ ਲੁੱਟੇਗਾ ਹੀ ਨਾ, ਫਿਰ ਉਹ ਕਿਸੇ ਦੀ ਧੌਣ ਤੇ ਕਿਰਪਾਨ ਰੱਖੇਗਾ ਹੀ ਨਾ ਕਿ ਤੂੰ ਇਹ ਕੰਮ ਕਰੇਗਾ ਕਿ ਨਹੀਂ ਕਰੇਗਾ। ਸੋ ਉਹਨਾਂ ਲੇਖਕਾਂ ਨੇ ਸਿੱਖਾਂ ਦੀ ਇਸ ਦੁਰਦਸ਼ਾ ਨੂੰ ਦੇਖਿਆ ਨਹੀਂ ਕਿ ਲੋਕ ਉਹਨਾਂ ਨਾਲ ਕੀ ਕਰ ਰਹੇ ਨੇ, ਲੋਕਾਂ ਦਾ ਵਿਵਹਾਰ ਸਿੱਖਾਂ ਨਾਲ ਕਿਸ ਤਰ੍ਹਾਂ ਦਾ, ਇਹ ਨਹੀਂ ਦੇਖਿਆ, ਪਰ ਸਿੱਖ ਕਿਵੇਂ ਦਾ ਵਿਵਹਾਰ ਕਰਦੇ ਨੇ ਇਸ ਨੂੰ ਉਹਨਾਂ ਨੇ ਕਿਤਾਬਾਂ 'ਚ ਲਿਖ ਦਿੱਤਾ। ਇਸੇ ਕਰਕੇ ਆ ਪਿੱਛੇ ਜੇ ਰੋਲਾ ਵੀ ਪਿਆ ਸੀਗਾ, ਤੁਸੀਂ ਸੁਣਿਆ ਹੋਣਾ ਕਿ CBSE ਦੀਆਂ ਕਿਤਾਬਾਂ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਧਾੜਵੀ ਤੇ ਲੁਟੇਰਾ ਲਿਖਿਆ। ਉਹ ਸਾਰਾ ਕੁਝ ਇਸ ਪ੍ਰੋਸੈਸ 'ਚੋਂ ਲੰਘਿਆ ਕਿ ਸਾਡੇ ਬਜ਼ੁਰਗਾਂ ਦੀ ਜ਼ਿੰਦਗੀ ਜਿਹੜੀ ਹੈ ਬੜੀ ਦੁਖੀ ਸੀ, ਬਹੁਤ ਦੁਖੀ ਸੀ। ਉਹਨਾਂ ਨੇ ਅੱਤ ਦੇ ਦੁੱਖ ਜਿਹੜੇ ਹਨ ਉਹ ਵੰਡਾਏ ਹਨ। ਇੱਕ ਥਾਂ ਤੇ ਮੈਂ ਜ਼ਿਕਰ ਪੜ੍ਹਿਆ ਹੈ ਕਿ ਜਦੋਂ ਸਿੱਖ ਜੰਗਲੀ ਗਏ ਤਾਂ ਗਸ਼ਤੀ ਫੌਜਾਂ ਬਣ ਗਈਆਂ। ਹੁਣ ਜੰਗਲਾਂ ਦੇ ਵਿੱਚ ਜਦੋਂ ਲੁਕੇ ਹੋਏ ਨੇ, ਪਤਾ ਲੱਗ ਜਾਂਦਾ ਹੈ, ਆਵਾਜ਼ਾਂ ਤੋਂ ਪਤਾ ਲੱਗ ਜਾਂਦਾ ਹੈ, ਘੋੜਿਆਂ ਦੀਆਂ ਜਿਹੜੀਆਂ ਪੈਰ ਦੀਆਂ ਆਵਾਜ਼ਾਂ ਨੇ ਉਹਦੇ ਤੋਂ ਪਤਾ ਲੱਗ ਜਾਂਦਾ। ਉਹਦੇ ਲਈ ਫਿਰ ਉਹਨਾਂ ਹੱਲ ਸੋਚਿਆ ਕਿ ਕਿਉਂ ਨਾ ਆਪਾਂ ਜਦੋਂ ਕਿਤੇ ਫੌਜ ਲੱਭਣ ਆਏ, ਆਪਾਂ ਜਿਹੜੇ ਤਲਾਬ ਟੋਭੇ ਬਣੇ ਨੇ ਉਹਨਾਂ 'ਚ ਛੁਪ ਜਾਈਏ। ਤਾਂ ਇੱਥੋਂ ਤੱਕ ਵੀ ਜ਼ਿਕਰ ਆਉਂਦਾ ਹੈ ਕਿ ਉਹਨਾਂ ਨੇ ਜਿਹੜਾ ਕਮਲ ਦਾ ਫੁੱਲ ਹੈ ਉਹਦੀ ਨਾਲੀ ਲੈਣੀ, ਨਾਲੀ ਲੈ ਕੇ ਉਹਦੇ ਵਿੱਚ ਡੁੱਬ ਜਾਣਾ ਤੇ ਉਹਦੇ ਰਾਹੀਂ ਕਈ ਘੰਟਿਆਂ ਬੱਧੀ ਹੀ ਸਾਹ ਪਾਣੀ ਦੇ ਵਿੱਚ ਲਈ ਜਾਣੇ, ਉਹਦੇ ਰਾਹ। ਇਹੋ ਜਿਹੀ ਜ਼ਿੰਦਗੀ ਵੀ ਉਹਨਾਂ ਨੇ ਆਪਣੇ ਬੱਚਿਆਂ ਦੇ ਨਾਲ ਹੰਡਾਈ ਹੈ। ਸੋ ਸਾਡੇ ਬਜ਼ੁਰਗਾਂ ਦੇ ਵਿੱਚ ਉਹਨਾਂ ਨੇ ਆਪਣੇ ਗੁਣ ਹੁੰਦਿਆਂ ਹੋਇਆਂ ਉਹਨਾਂ ਨੇ ਜਿਹੜਾ ਹੈ ਇਹਨਾਂ ਦੁੱਖਾਂ ਦੀ ਪਰਵਾਹ ਨਹੀਂ ਕੀਤੀ। ਦੁੱਖ ਉਹਨਾਂ ਦੀ ਜ਼ਿੰਦਗੀ 'ਚ ਆਏ। ਸੋ ਮੈਂ ਜੋ ਜ਼ਿਕਰ ਕਰ ਰਿਹਾ ਸਾਂ, ਫਿਰ ਬੇਨਤੀ ਕਰਾਂ, ਬਾਣੀ 'ਚ ਕਿਤੇ ਜ਼ਿਕਰ ਨਹੀਂ ਹੈ ਕਿ ਬੰਦੇ ਦੇ ਕੋਲ ਗੁਣ ਹੋਣਗੇ ਤੇ ਦੁੱਖ ਨਹੀਂ ਆਉਣਗੇ। ਗੁਣੀ ਬੰਦੇ ਦੇ ਕੋਲ ਦੁੱਖ ਜ਼ਿਆਦੇ ਨੇ, ਕਿਉਂਕਿ ਉਹ ਕਿਸੇ ਦੇ ਨਾਲ ਸਮਝੌਤਾ ਕਰਕੇ ਨਹੀਂ ਚੱਲ ਸਕਦਾ। ਉਹਦੇ ਗੁਣ ਉਹਨੂੰ ਕਿਸੇ ਨਾਲ ਸਮਝੌਤਾ ਨਹੀਂ ਕਰਨ ਦਿੰਦੇ। ਪਰ ਅਵਗਣੀ ਬੰਦੇ ਦੇ ਕੋਲ ਬੜੇ ਰਾਹ ਨੇ, ਉਹ ਪੈਰ ਪੈਰ ਤੇ ਸਮਝੌਤੇ ਕਰਕੇ ਚੱਲਦਾ ਹੈ। ਇਸੇ ਕਰਕੇ ਸਤਿਗੁਰੂ ਜੀ ਇੱਥੇ ਜ਼ਿਕਰ ਕਰਦੇ ਨੇ, ਕਹਿੰਦੇ ਸੁੱਤੀ ਸੁੱਤੀ ਝਾਲ ਥੀਆ, ਭੁੱਲੀ ਵਾਟੜੀ ਆਸ ਜਿਓ। ਮੈਂ ਜ਼ਿੰਦਗੀ ਦੇ ਸਹੀ ਰਸਤੇ ਨੂੰ ਭੁੱਲ ਗਈਆਂ, ਤੈਂ ਸ਼ਹਿ ਨਾਲੋਂ ਮੁੱਤੀ ਇਸ ਦੁੱਖਾਂ ਕੂ ਤਰਿਆਸ ਜਿਓ। ਤੁਧ ਗੁਣ ਮੈਂ ਸਭ ਅਵਗਣਾ, ਇੱਕ ਨਾਨਕ ਕੀ ਅਰਦਾਸ ਜਿਓ। ਮੈਂ ਨਾਨਕ ਦੀ ਇੱਕ ਅਰਦਾਸ ਹੈ ਕਿ ਹੇ ਵਾਹਿਗੁਰੂ, ਸਾਰੇ ਗੁਣ ਤੇਰੇ ਕੋਲ ਹੀ ਨੇ, ਮੇਰੇ ਕੋਲ ਸਾਰੇ ਅਵਗਣ ਹੀ ਹਨ। ਸਭ ਰਾਤੀ ਸੁਹਾਗਣੀ, ਜਿਹੜੇ ਗੁਣੀ ਜਨ ਹਨ ਉਹ ਤੇ ਉਸ ਵਾਹਿਗੁਰੂ ਦੇ ਅਹਿਸਾਸ ਨੂੰ ਮਾਣ ਲੈਂਦੇ ਨੇ, ਪਰ ਮੇਰੇ ਕੋਲ ਅਵਗਣ ਨੇ, ਮੈਂ ਉਹਦੇ ਅਹਿਸਾਸ ਨੂੰ ਕਿਵੇਂ ਮਾਣਾ। ਹੇ ਵਾਹਿਗੁਰੂ, ਇਹ ਤਰਲਾ ਹੈ ਕਿ ਮੈਨੂੰ ਉਹ ਗੁਣ ਦੇ ਜਿਨ੍ਹਾਂ ਗੁਣਾਂ ਸਦਕਾ ਮੈਂ ਪਰਮੇਸ਼ਰ ਦੇ ਅਹਿਸਾਸ ਨੂੰ, ਉਹਦੀ ਸ਼ੋਅ ਨੂੰ, ਉਹਦੀ ਸੋਹ ਨੂੰ ਮਾਣ ਸਕਾਂ। ਸੋ ਸਤਿਗੁਰੂ ਜੀ ਨੇ ਇਸ ਪਵਿੱਤਰ ਬਾਣੀ ਵਿੱਚ ਇਹ 3 ਬਾਣੀਆਂ ਆਉਣੀਆਂ ਨੇ, ਕੁਚੱਜੀ, ਸੁਚੱਜੀ, ਗੁਣਵੰਤੀ, ਤੇ ਉਸ ਤੋਂ ਬਾਅਦ ਫਿਰ ਲਾਵਾਂ ਦਾ ਪਾਠ ਜਿਹੜਾ ਹੈ ਉਹ ਆਏਗਾ। ਇਹ ਚਾਰ ਬਾਣੀਆਂ ਇਕੱਠੀਆਂ ਗੁਰੂ ਸਾਹਿਬ ਨੇ ਲਿਖੀਆਂ ਹਨ, ਕੁਚੱਜੀ, ਸੁਚੱਜੀ ਤੇ ਗੁਣਵੰਤੀ। ਭਾਵ ਪਹਿਲਾਂ ਕੁਚੱਜੀ ਦਾ ਜ਼ਿਕਰ ਹੈ, ਫਿਰ ਸੁਚੱਜੀ ਦਾ ਜ਼ਿਕਰ ਹੈ, ਫਿਰ ਗੁਣਵੰਤੀ ਦਾ ਜ਼ਿਕਰ ਹੈ, ਫਿਰ ਲਾਵਾਂ ਦਾ ਜ਼ਿਕਰ ਹੈ। ਇਹ ਸਟੈਪ ਬਾਈ ਸਟੈਪ ਅਸੀਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ।
ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਹਰ ਨਾਰ ਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ। ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੈ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੈ। ਸਾਚਾ ਨਾਮ ਮੇਰਾ ਆਧਾਰੋ। ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਹੀਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ ਵਾਜੇ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਕਹਿ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿਤੇ ਪਵਿੱਤ। ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ